मैं बड़ा प्यार करदा अपने बच्चे मैं हिसाबों बड़ा प्यार करदा मेरे तो बिना वो मेरे तो बिना जींदा नहीं मैं उस तो बिना नहीं है जींदा गुड्डी तो बिना ना घर आई साडा चौं जीआं दा बड़ा प्यार है मेरा पता नहीं की दिमाग खराब हो गया किसी ने मैनू आख्या नहीं मैं अपने आप ਬੀਤੇ ਦਿਨੀ ਮਾਸੂਮ 3 ਸਾਲ ਦੇ ਬੱਚੇ ਨੂੰ ਉਸਦੇ ਪਿਓ ਦੇ ਵੱਲੋਂ ਖਤਮ ਕਰਨ ਤੋਂ ਬਾਅਦ ਇੱਕ ਸਭ ਤੋਂ ਵੱਡਾ ਸਵਾਲ ਜਿਹੜਾ ਹੁਣ ਤੱਕ ਹਰੇਕ ਦੇ ਦਿਮਾਗ ਦੇ ਵਿੱਚ ਸੀ ਕਿ ਆਖਿਰਕਾਰ ਇਸ ਪਿਓ ਨੇ ਆਪਣੇ ਬੱਚੇ ਨੂੰ ਖਤਮ ਕਿਉਂ ਕੀਤਾ। ਇਸ ਨੂੰ ਲੈ ਕੇ ਮਾਂ ਦਾ ਬਿਆਨ ਬੀਤੇ ਦਿਨੀ ਹੀ ਸਾਹਮਣੇ ਆ ਚੁੱਕਿਆ ਹੈ, ਜਿਸ ਦਾ ਕਹਿਣਾ ਸੀ ਕਿ ਸਾਡੇ ਪੂਰੇ ਪਰਿਵਾਰ ਨੂੰ ਇਹਨਾਂ ਦਾ ਪਿਤਾ ਬੇਹੱਦ ਪਿਆਰ ਕਰਦਾ ਹੈ, ਮੇਰੇ ਨਾਲ ਕਦੇ ਲੜਾਈ ਝਗੜਾ ਨਹੀਂ ਹੋਇਆ, ਪੁੱਤ ਨੂੰ ਉਹ ਆਪਣੀ ਛਾਤੀ ਤੇ ਸਵਾਉਂਦਾ ਸੀ ਅਤੇ ਦਿਨ ਰਾਤ ਉਸ ਦੀ ਪਰਵਾਹ ਕਰਦਾ ਹੁੰਦਾ ਸੀ। ਦੁਕਾਨ ਤੱਕ ਵੀ ਜੇਕਰ ਇਸ ਪਿਤਾ ਨੇ ਜਾਣਾ ਹੁੰਦਾ ਸੀ ਤਾਂ ਪਿਓ ਨੂੰ ਮੋਟਰਸਾਈਕਲ ਦੇ ਅੱਗੇ ਬਿਠਾ ਕੇ ਲੈ ਕੇ ਜਾਂਦਾ ਹੁੰਦਾ ਸੀ। ਬੀਤੇ ਦਿਨ ਵੀ ਉਸਨੇ ਇਹੋ ਜਿਹਾ ਹੀ ਕੀਤਾ ਅਤੇ ਆਪਣੇ ਪੁੱਤ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ, ਪਰ ਉਸ ਤੋਂ ਬਾਅਦ ਇਹ ਪਿਤਾ ਮੱਥਾ ਟਿਕਵਾਉਣ ਵੀ ਲੈ ਕੇ ਜਾਂਦਾ ਹੈ ਤੇ ਬਾਅਦ ਦੇ ਵਿੱਚ ਸੂਏ ਦੇ ਕੋਲ ਬੈਠ ਜਾਂਦਾ ਹੈ। ਜੀ ਹਾਂ, ਪਿਤਾ ਦੇ ਵੱਲੋਂ ਖੁਦ ਸਭ ਕੁਝ ਇਹ ਦੱਸਿਆ ਜਾ ਰਿਹਾ ਹੈ ਕਿ ਕਿੰਜ ਉਹ ਸੂਏ ਦੇ ਕੋਲ ਬੈਠ ਕੇ ਆਪਣੇ ਬੱਚੇ ਨੂੰ ਤੜਫਾ ਕੇ ਖਤਮ ਕਰ ਰਿਹਾ ਸੀ ਅਤੇ ਇਸ ਦੇ ਪਿੱਛੇ ਦਾ ਕਾਰਨ ਵੀ ਉਸ ਦੇ ਮੂੰਹੋਂ ਹੀ ਉਸਨੇ ਦੱਸਿਆ ਹੈ। ਦੱਸ ਦਈਏ ਕਿ ਪੂਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਪਿਓ ਦੇ ਵੱਲੋਂ ਹੀ ਅਜਿਹਾ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੱਲੋਂ ਅਜਿਹਾ ਕਰਵਾਇਆ ਗਿਆ ਹੋਵੇਗਾ ਜਾਂ ਫਿਰ ਉਸ ਦੇ ਦਿਮਾਗ ਦੇ ਵਿੱਚ ਕੀ ਆਇਆ, ਇਸ ਨੂੰ ਲੈ ਕੇ ਉਹ ਕੁਝ ਵੀ ਨਹੀਂ ਜਾਣਦੇ। ਬੀਤੇ ਦਿਨੀ ਇਸ ਮਾਸੂਮ ਬੱਚੇ ਦੇ ਤਾਏ ਦੇ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਉਸ ਦਾ ਭਰਾ ਆਪਣੇ ਬੱਚਿਆਂ ਸਮੇਤ ਪੂਰੇ ਟੱਬਰ ਨੂੰ ਬੇਹੱਦ ਪਿਆਰ ਕਰਦਾ ਹੈ। ਹੁਣ ਇਸ ਪੂਰੇ ਮਾਮਲੇ ਤੇ ਪਿਤਾ ਦੇ ਵੱਲੋਂ ਖੁਦ ਕੈਮਰੇ ਦੇ ਅੱਗੇ ਆ ਕੇ ਖੁਲਾਸਾ ਕੀਤਾ ਗਿਆ ਹੈ, ਜਿਸ ਨੇ ਦੱਸਿਆ ਕਿ ਉਸਨੇ ਆਪਣੇ ਬੱਚੇ ਦੇ ਨਾਲ ਅਜਿਹੀ ਦਰਿੰਦਗੀ ਕਿਉਂ ਕੀਤੀ, ਉਸ ਮਾਸੂਮ ਦੇ ਨਾਲ ਜਿਸ ਨੂੰ ਉਹ ਹੱਦੋਂ ਵੱਧ ਪਿਆਰ ਕਰਦਾ ਸੀ, ਦਿਨ ਰਾਤ ਉਸ ਦੀ ਪਰਵਾਹ ਕਰਦਾ ਸੀ ਅਤੇ ਘਰਦਿਆਂ ਨੂੰ ਕਦੇ ਇਸ 3 ਸਾਲ ਦੇ ਗੁਰਸੇਵਕ ਦੇ ਮੂੰਹ ਤੇ ਚਪੇੜ ਤੱਕ ਨਹੀਂ ਮਾਰਨ ਦਿੱਤੀ। ਮਾਂ ਦਾ ਕਹਿਣਾ ਸੀ ਕਿ ਜੇਕਰ ਉਹ ਬੱਚੇ ਨੂੰ ਝਿੜਕਦੀ ਜਾਂ ਮਾਰਦੀ ਵੀ ਸੀ ਤਾਂ ਵੀ ਪਿਤਾ ਅੱਗੇ ਆ ਕੇ ਬੱਚੇ ਨੂੰ ਬਚਾਉਂਦਾ ਸੀ ਅਤੇ ਹਮੇਸ਼ਾ ਹੀ ਨਾ ਸਿਰਫ ਆਪਣੇ ਪੁੱਤ ਨੂੰ ਸਗੋਂ ਧੀ ਨੂੰ ਵੀ ਹੱਦੋਂ ਵੱਧ ਪਿਆਰ ਕਰਦਾ ਸੀ। ਪਿਤਾ ਨੇ ਸਾਹਮਣੇ ਆ ਕੇ ਕਈ ਖੁਲਾਸੇ ਕੀਤੇ ਨੇ, ਜਿਸ ਦੇ ਵਿੱਚ ਉਹ ਰੱਬ ਦੇ ਕੋਲੋਂ ਮਾਫੀਆਂ ਮੰਗਦਾ ਵੀ ਨਜ਼ਰ ਆਇਆ। ਉਸਨੇ ਕਿਹਾ ਕਿ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ, ਉਹ ਨਹੀਂ ਚਾਹੁੰਦਾ ਸੀ ਕਿ ਅਜਿਹਾ ਕਰੇ, ਪਰ ਉਸਦੇ ਹੱਥੋਂ ਹੀ ਇਹ ਵੱਡਾ ਪਾਪੀ ਕਾਰਾ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਉਸਨੇ ਰੱਬ ਦੇ ਸਾਹਮਣੇ ਤਰਲੇ ਮਿੰਨਤਾਂ ਕੀਤੀਆਂ ਨੇ ਕਿ ਉਸ ਨੂੰ ਬਖਸ਼ ਦਿੱਤਾ ਜਾਵੇ। ਇੱਥੋਂ ਤੱਕ ਵੀ ਉਸ ਦੇ ਵੱਲੋਂ ਕਿਹਾ ਗਿਆ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਜੋ ਮੈਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ, ਸੂਏ ਦੇ ਕੋਲ ਬੈਠ ਕੇ ਹੀ ਆਪਣੇ ਬੱਚੇ ਨੂੰ ਖਤਮ ਕੀਤਾ ਤੇ ਬਾਅਦ ਦੇ ਵਿੱਚ ਉੱਥੇ ਮ੍ਰਿਤਕ ਦੇ ਸੁੱਟ ਦਿੱਤੀ। ਦੱਸ ਦਈਏ ਕਿ ਪੁਲਿਸ ਨੇ ਇਸ ਪਿਓ ਦੀ ਨਿਸ਼ਾਨਦੇਹੀ ਤੇ ਹੀ ਬੱਚੇ ਦੀ ਮ੍ਰਿਤਕ ਦੇ ਬਰਾਮਦ ਕੀਤੀ ਹੈ। ਇਸ ਦੇ ਵਿਚਾਲੇ ਹੀ ਪਿਤਾ ਨੇ ਦੱਸਿਆ ਕਿ ਉਹ ਬੇਹੱਦ ਹੀ ਪਰੇਸ਼ਾਨੀ ਦੇ ਵਿੱਚ ਜੀ ਰਿਹਾ ਸੀ। ਦਰਅਸਲ ਇਹਨਾਂ ਦੇ ਕੋਲ ਕੁਝ ਜ਼ਮੀਨ ਸੀ ਅਤੇ 2 ਕਨਾਲ ਜ਼ਮੀਨ ਉਹ ਪਹਿਲਾਂ ਹੀ ਵੇਚ ਚੁੱਕਿਆ ਸੀ। ਪਿਤਾ ਦਾ ਕਹਿਣਾ ਹੈ ਕਿ ਹੁਣ ਸਿਰਫ 1 ਕਿੱਲਾ ਜ਼ਮੀਨ ਹੀ ਉਸ ਦੇ ਕੋਲ ਰਹਿ ਗਈ ਸੀ ਅਤੇ ਭਵਿੱਖ ਦੇ ਵਿੱਚ ਉਸ ਦਾ ਮਾਸੂਮ 3 ਸਾਲਾ ਗੁਰਸੇਵਕ ਕੀ ਕਰੇਗਾ, ਇਹੀ ਸੋਚ ਕੇ ਪਿਤਾ ਪਰੇਸ਼ਾਨ ਸੀ। ਪਿਓ ਨੇ ਕਿਹਾ ਕਿ ਮੈਨੂੰ ਬੇਹੱਦ ਚਿੰਤਾ ਹੁੰਦੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਮੈਂ ਦਿਹਾੜੀਆਂ ਕਰ ਰਿਹਾ, ਮੇਰਾ ਸੋਹਣਾ ਪੁੱਤ ਵੀ ਇਸੇ ਤਰ੍ਹਾਂ ਦੁਕਾਨਾਂ ਤੇ ਜਾ ਕੇ ਕੰਮ ਕਰੇਗਾ, ਦਿਹਾੜੀਆਂ ਕਰੇਗਾ। ਇਸੇ ਗੱਲ ਦੀ ਚਿੰਤਾ ਪਿਤਾ ਨੂੰ ਖਾਏ ਜਾ ਰਹੀ ਸੀ, ਜਿਸ ਦੇ ਚੱਲਦੇ ਹੋਏ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਹੀ ਉਸਨੇ ਅਜਿਹਾ ਕਾਰਾ ਕੀਤਾ ਕਿ ਉਹ ਵੱਡਾ ਹੋ ਕੇ ਕੀ ਕਰੇਗਾ। ਇਸੇ ਚਿੰਤਾ ਦੇ ਵਿੱਚ ਉਸਨੇ ਕਿਹਾ ਕਿ ਕਿਉਂ ਨਾ ਇਸ ਨੂੰ ਖਤਮ ਹੀ ਕਰ ਦਿੱਤਾ ਜਾਵੇ ਤਾਂ ਜੋ ਇਸ ਨੂੰ ਉਹ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀਆਂ ਕਿ ਅੱਜ ਪਿਤਾ ਦੇਖ ਰਿਹਾ ਹੈ। ਰੋਂਦੇ ਹੋਏ ਪਿਓ ਨੇ ਜਿੱਥੇ ਆਪਣਾ ਇਹ ਗੁਨਾਹ ਕਬੂਲ ਕੀਤਾ, ਉੱਥੇ ਹੀ ਉਹ ਬਾਰ-ਬਾਰ ਅੱਖਾਂ ਦੇ ਵਿੱਚ ਹੰਝੂ ਲੈ ਕੇ ਹੱਥ ਜੋੜਦੇ ਹੋਏ ਇਹ ਕਹਿੰਦਾ ਨਜ਼ਰ ਆਇਆ ਕਿ ਮੈਂ ਬਹੁਤ ਪਿਆਰ ਕਰਦਾ ਆਪਣੇ ਪੁੱਤ ਨੂੰ, ਅੱਜ ਵੀ ਬਹੁਤ ਪਿਆਰ ਕਰਦਾ ਤੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਉਸ ਦਾ ਕਹਿਣਾ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਇਸ ਘਟਨਾ ਨੂੰ ਅੰਜਾਮ ਦੇ ਬੈਠਾ, ਇਹਦੇ ਨਾਲੋਂ ਤਾਂ ਮੈਂ ਖੁਦ ਹੀ ਅਜਿਹਾ ਕਰ ਲੈਂਦਾ। ਇਹ ਖਿਆਲ ਵੀ ਉਸ ਦੇ ਮਨ ਦੇ ਵਿੱਚ ਆਇਆ, ਪਰ ਉਸ ਦਾ ਕਹਿਣਾ ਹੈ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਜੋ ਮੈਂ ਆਪਣੇ ਸੋਹਣੇ ਪੁੱਤ ਦੇ ਨਾਲ ਅਜਿਹਾ ਕਰ ਬੈਠਾ। ਤਾਂ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਪਿਤਾ ਚਿੰਤਾ ਦੇ ਵਿੱਚ ਸੀ ਕਿ ਆਖਿਰਕਾਰ ਉਹ ਅੱਗੇ ਜਾ ਕੇ ਕਰੇਗਾ ਕਿ 1 ਕਿੱਲਾ ਜ਼ਮੀਨ ਦਾ ਰਹਿ ਗਿਆ ਸੀ ਅਤੇ ਖੁਦ ਦੀ ਜ਼ਿੰਦਗੀ ਤੋਂ
ਪਰੇਸ਼ਾਨ ਕਿਹਾ ਜਾ ਸਕਦਾ ਹੈ ਕਿਉਂ ਜੋ ਉਹ ਦਿਹਾੜੀਆਂ ਕਰਦਾ ਸੀ ਅਤੇ ਪੂਰੇ ਪਰਿਵਾਰ ਨੂੰ ਪਾਲ ਰਿਹਾ ਸੀ। ਉਸ ਨੂੰ ਆਪਣੇ ਪੁੱਤ ਦਾ ਭਵਿੱਖ ਵੀ ਇਹੋ ਦਿਖ ਰਿਹਾ ਸੀ, ਜਿਸ ਦੀ ਚਿੰਤਾ ਦੇ ਵਿੱਚ ਉਸਨੇ ਆਪਣੇ ਬੱਚੇ ਦੀਆਂ ਪਰੇਸ਼ਾਨੀਆਂ ਖਤਮ ਕਰਨ ਦੇ ਲਈ ਉਸਦਾ ਕਹਿਣਾ ਹੈ ਕਿ ਅਜਿਹਾ ਕਰ ਦਿੱਤਾ, ਜੋ ਕਿ ਸਰਾਸਰ ਗਲਤ ਹੈ ਕਿਉਂ ਜੋ ਬੱਚਾ ਆਪਣੀ ਕਿਸਮਤ ਅਤੇ ਮਿਹਨਤ ਖੁਦ ਲਿਖਵਾ ਕੇ ਆਇਆ ਸੀ। ਅੱਗੇ ਚੱਲ ਕੇ ਉਹ ਕੁਝ ਵੀ ਕਰ ਸਕਦਾ ਸੀ। ਪਰਿਵਾਰ ਦੇ ਨਾਲ ਪਿਆਰ ਹੋਣ ਦੀ ਗੱਲ ਪਿਓ ਦੇ ਵੱਲੋਂ ਇੱਕ ਵਾਰ ਫੇਰ ਆਖੀ ਗਈ, ਜਿਵੇਂ ਕਿ ਬੀਤੇ ਦਿਨੀ ਮਾਂ ਦੇ ਵੱਲੋਂ ਵੀ ਦੱਸਿਆ ਗਿਆ ਸੀ ਕਿ ਸਾਡੇ ਪਰਿਵਾਰ ਦੇ ਵਿੱਚ ਬਹੁਤ ਪਿਆਰ ਹੈ। ਘਰ ਦੇ ਵਿੱਚ 4 ਜੀਅ ਨੇ ਅਤੇ ਚਾਰੋਂ ਜੀ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਰਹਿੰਦੇ ਨੇ। ਜਿਸ ਸਮੇਂ ਤੱਕ ਪਿਓ ਆਪਣੇ ਬੱਚੇ ਨੂੰ ਘਰੋਂ ਲੈ ਕੇ ਗਿਆ ਸੀ, ਉਸ ਸਮੇਂ ਤੱਕ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ ਅਤੇ ਨਾ ਹੀ ਪਿਓ ਦਾ ਇਹ ਮਨਸੂਬਾ ਸੀ ਕਿ ਉਹ ਇਹ ਸਭ ਕੁਝ ਕਰ ਦੇਵੇਗਾ। ਪਰ ਲਗਾਤਾਰ ਉਸਦੇ ਦਿਮਾਗ ਦੇ ਵਿੱਚ ਇੱਕੋ ਗੱਲ ਘੁੰਮ ਰਹੀ ਸੀ ਕਿ ਮੈਂ ਅੱਜ ਦਿਹਾੜੀਆਂ ਕਰ ਰਹੇ ਹਾਂ ਤੇ ਸਾਡੇ ਕੋਲ ਕੋਈ ਪੈਸਾ ਜੋਤਾ ਜ਼ਮੀਨ ਨਹੀਂ ਹੈ ਤੇ ਵੱਡਾ ਹੋ ਕੇ ਮੇਰਾ ਬੱਚਾ ਵੀ ਇਹੋ ਜਿਹੀ ਜ਼ਿੰਦਗੀ ਜੀਵੇਗਾ। ਇਸ ਤੋਂ ਹੀ ਪਰੇਸ਼ਾਨ ਹੋ ਕੇ ਉਸਨੇ ਆਪਣੇ ਬੱਚੇ ਦੀ ਜਾਨ ਲਈ ਹੈ। ਇਹ ਕਬੂਲਨਾਮਾ ਪਿਤਾ ਦੇ ਵੱਲੋਂ ਖੁਦ ਕੀਤਾ ਗਿਆ। ਦੱਸ ਦਈਏ ਕਿ ਬੀਤੇ ਦਿਨੀ ਵੀ ਮਾਂ ਨੇ ਹੀ ਕਿਹਾ ਸੀ ਕਿ ਪਿਓ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਪਿਆਰ ਦੇ ਵਿੱਚ ਇਹ ਸਭ ਕੁਝ ਹੋਇਆ, ਪਰ ਬੇहद ਹੀ ਸ਼ਰਮਨਾਕ ਕਾਰਾ ਹੈ ਇਹ। ਜੇਕਰ ਪਿਓ ਖੁਦ ਨੂੰ ਸਮਝਾ ਸਕਦਾ ਜਾਂ ਫਿਰ ਇਹ ਗੱਲ ਕਿਸੇ ਦੇ ਨਾਲ ਸਾਂਝੀ ਕਰ ਲੈਂਦਾ ਤਾਂ ਪਰਿਵਾਰਿਕ ਮੈਂਬਰ ਉਸ ਨੂੰ ਇਸ ਦਾ ਹੱਲ ਜ਼ਰੂਰ ਦੇ ਦਿੰਦੇ। ਇਹੀ ਕਾਰਨ ਹੈ ਕਿ ਪਰਿਵਾਰਿਕ ਮੈਂਬਰਾਂ ਨੂੰ ਹੁਣ ਤੱਕ ਯਕੀਨ ਨਹੀਂ ਆ ਰਿਹਾ ਕਿ ਪਿਓ ਦੇ ਵੱਲੋਂ ਹੀ ਅਜਿਹਾ ਕੀਤਾ ਗਿਆ। ਹਾਲਾਂਕਿ ਇਸ ਮੌਕੇ ਤੇ ਇਸ ਮਾਸੂਮ ਬੱਚੇ ਦੇ ਤਾਏ ਦਾ ਕਹਿਣਾ ਸੀ ਕਿ ਪਿਓ ਬੇहद ਹੀ ਜ਼ਿਆਦਾ ਪਿਆਰ ਕਰਦਾ ਸੀ। ਇਹ ਜ਼ਰੂਰ ਉਸਨੇ ਮੰਨ ਲਿਆ ਸੀ ਪਹਿਲੇ ਦਿਨ ਤੋਂ ਹੀ ਆਪਣੇ ਪਰਿਵਾਰ ਦੇ ਸਾਹਮਣੇ ਕਿ ਬੱਚੇ ਨੂੰ ਉਸਨੇ ਹੀ ਖਤਮ ਕੀਤਾ ਹੈ, ਪਰ ਕਿਉਂ ਕੀਤਾ ਹੈ ਇਸ ਗੱਲ ਨੂੰ ਲੈ ਕੇ ਉਹ ਚੰਗੀ ਤਰ੍ਹਾਂ ਦੇ ਨਾਲ ਬੋਲ ਤੱਕ ਨਹੀਂ ਪਾ ਰਿਹਾ ਸੀ। ਕਾਫੀ ਜ਼ਿਆਦਾ ਪਰੇਸ਼ਾਨ ਸੀ, ਰੋਂਦਾ ਕੁਰਲਾਉਂਦਾ ਹੋਇਆ ਬੱਚੇ ਦੀ ਮ੍ਰਿਤਕ ਦੇ ਜ਼ਰੂਰ ਦਿਖਾ ਰਿਹਾ ਸੀ ਅਤੇ ਦੱਸਦਾ ਸੀ ਕਿ ਮੈਂ ਹੀ ਬੱਚੇ ਨੂੰ ਖਤਮ ਕੀਤਾ। ਇਸ ਦੇ ਪਿੱਛੇ ਦਾ ਕਾਰਨ ਇਹੀ ਨਿਕਲਿਆ ਹੈ ਕਿ ਉਸ ਨੂੰ ਆਪਣੇ ਬੱਚੇ ਦੇ ਭਵਿੱਖ ਦੀ ਚਿੰਤਾ ਹੋ ਰਹੀ ਸੀ ਕਿ ਉਹ ਵੱਡਾ ਹੋ ਕੇ ਕੀ ਕਰੇਗਾ, ਜਿਸ ਦੇ ਚਲਦੇ ਹੋਏ ਇਸ ਮਾੜੀ ਹਰਕਤ ਨੂੰ ਅੰਜਾਮ ਦਿੱਤਾ ਗਿਆ। मैं बड़ा प्यार करता अपने बच्चे ਨੂੰ। मैं ਹਿਸਾਬੋਂ ਬਾਹਲਾ ਪਿਆਰ ਕਰਦਾ। ਮੇਰੇ ਤੋਂ ਬਿਨਾਂ ਜੀਂਦਾ ਨਹੀਂ, ਮੈਂ ਉਹ ਤੋਂ ਬਿਨਾਂ ਨਹੀਂ ਜੀਂਦਾ। ਗੁੱਡੀ ਤੋਂ ਬਿਨਾਂ ਨਾ ਘਰ ਆ ਸਾਡਾ 4 ਜੀਆਂ ਦਾ ਬੜਾ ਪਿਆਰ ਹੈ। ਮੇਰਾ ਪਤਾ ਨਹੀਂ ਕੀ ਦਿਮਾਗ ਖਰਾਬ ਹੋ ਗਿਆ। ਕਿਸੇ ਨੇ ਮੈਨੂੰ ਆਖਿਆ ਨਹੀਂ, ਮੈਂ ਆਪਣੇ ਆਪ ਬੀਤੇ ਦਿਨੀ ਮਾਸੂਮ 3 ਸਾਲ ਦੇ ਬੱਚੇ ਨੂੰ ਉਸਦੇ ਪਿਓ ਦੇ ਵੱਲੋਂ ਖਤਮ ਕਰਨ ਤੋਂ ਬਾਅਦ ਇੱਕ ਸਭ ਤੋਂ ਵੱਡਾ ਸਵਾਲ ਜਿਹੜਾ ਹੁਣ ਤੱਕ ਹਰੇਕ ਦੇ ਦਿਮਾਗ ਦੇ ਵਿੱਚ ਸੀ ਕਿ ਆਖਿਰਕਾਰ ਇਸ ਪਿਓ ਨੇ ਆਪਣੇ ਬੱਚੇ ਨੂੰ ਖਤਮ ਕਿਉਂ ਕੀਤਾ। ਇਸ ਨੂੰ ਲੈ ਕੇ ਮਾਂ ਦਾ ਬਿਆਨ ਬੀਤੇ ਦਿਨੀ ਹੀ ਸਾਹਮਣੇ ਆ ਚੁੱਕਿਆ ਹੈ, ਜਿਸ ਦਾ ਕਹਿਣਾ ਸੀ ਕਿ ਸਾਡੇ ਪੂਰੇ ਪਰਿਵਾਰ ਨੂੰ ਇਹਨਾਂ ਦਾ ਪਿਤਾ ਬੇहद ਪਿਆਰ ਕਰਦਾ ਹੈ। ਮੇਰੇ ਨਾਲ ਕਦੇ ਲੜਾਈ ਝਗੜਾ ਨਹੀਂ ਹੋਇਆ। ਪੁੱਤ ਨੂੰ ਉਹ ਆਪਣੀ ਛਾਤੀ ਤੇ ਸਵਾਉਂਦਾ ਸੀ ਅਤੇ ਦਿਨ ਰਾਤ ਉਸ ਦੀ ਪਰਵਾਹ ਕਰਦਾ ਹੁੰਦਾ ਸੀ। ਦੁਕਾਨ ਤੱਕ ਵੀ ਜੇਕਰ ਇਸ ਪਿਤਾ ਨੇ ਜਾਣਾ ਹੁੰਦਾ ਸੀ ਤਾਂ ਪਿਓ ਨੂੰ ਮੋਟਰਸਾਈਕਲ ਦੇ ਅੱਗੇ ਬਿਠਾ ਕੇ ਲੈ ਕੇ ਜਾਂਦਾ ਹੁੰਦਾ ਸੀ। ਬੀਤੇ ਦਿਨ ਵੀ ਉਸਨੇ ਇਹੋ ਜਿਹਾ ਹੀ ਕੀਤਾ ਅਤੇ ਆਪਣੇ ਪੁੱਤ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ। ਪਰ ਉਸ ਤੋਂ ਬਾਅਦ ਇਹ ਪਿਤਾ ਮੱਥਾ ਟਕਵਾਉਣ ਵੀ ਲੈ ਕੇ ਜਾਂਦਾ ਹੈ ਤੇ ਬਾਅਦ ਦੇ ਵਿੱਚ ਸੂਏ ਦੇ ਕੋਲ ਬੈਠ ਜਾਂਦਾ ਹੈ। ਜੀ ਹਾਂ, ਪਿਤਾ ਦੇ ਵੱਲੋਂ ਖੁਦ ਸਭ ਕੁਝ ਇਹ ਦੱਸਿਆ ਜਾ ਰਿਹਾ ਹੈ ਕਿ ਕਿੰਜ ਉਹ ਸੂਏ ਦੇ ਕੋਲ ਬੈਠ ਕੇ ਆਪਣੇ ਬੱਚੇ ਨੂੰ ਤੜਫਾ ਕੇ ਖਤਮ ਕਰ ਰਿਹਾ ਸੀ ਅਤੇ ਇਸ ਦੇ ਪਿੱਛੇ ਦਾ ਕਾਰਨ ਵੀ ਉਸ ਦੇ ਮੂੰਹੋਂ ਹੀ ਉਸਨੇ ਦੱਸਿਆ। ਦੱਸ ਦਈਏ ਕਿ ਪੂਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਪਿਓ ਦੇ ਵੱਲੋਂ ਹੀ ਅਜਿਹਾ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੱਲੋਂ ਅਜਿਹਾ ਕਰਵਾਇਆ ਗਿਆ ਹੋਵੇਗਾ ਜਾਂ ਫਿਰ ਉਸ ਦੇ ਦਿਮਾਗ ਦੇ ਵਿੱਚ ਕੀ ਆਇਆ, ਇਸ ਨੂੰ ਲੈ ਕੇ ਉਹ ਕੁਝ ਵੀ ਨਹੀਂ ਜਾਣਦੇ। ਬੀਤੇ ਦਿਨੀ ਇਸ ਮਾਸੂਮ ਬੱਚੇ ਦੇ ਤਾਏ ਦੇ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਉਸ ਦਾ ਭਰਾ ਆਪਣੇ ਬੱਚਿਆਂ ਸਮੇਤ ਪੂਰੇ ਟੱਬਰ ਨੂੰ ਬੇहद ਪਿਆਰ ਕਰਦਾ ਹੈ। ਹੁਣ ਇਸ ਪੂਰੇ ਮਾਮਲੇ ਤੇ ਪਿਤਾ ਦੇ ਵੱਲੋਂ ਖੁਦ ਕੈਮਰੇ ਦੇ ਅੱਗੇ ਆ ਕੇ ਖੁਲਾਸਾ ਕੀਤਾ ਗਿਆ ਹੈ, ਜਿਸ ਨੇ ਦੱਸਿਆ ਕਿ ਉਸਨੇ ਆਪਣੇ ਬੱਚੇ ਦੇ ਨਾਲ ਅਜਿਹੀ ਦਰਿੰਦਗੀ ਕਿਉਂ ਕੀਤੀ। ਉਸ ਮਾਸੂਮ ਦੇ ਨਾਲ ਜਿਸ ਨੂੰ ਉਹ ਹੱਦੋਂ ਵੱਧ ਪਿਆਰ ਕਰਦਾ ਸੀ, ਦਿਨ ਰਾਤ ਉਸ ਦੀ ਪਰਵਾਹ ਕਰਦਾ ਸੀ ਅਤੇ ਘਰਦਿਆਂ ਨੂੰ ਕਦੇ ਇਸ 3 ਸਾਲ ਦੇ ਗੁਰਸੇਵਕ ਦੇ ਮੂੰਹ ਤੇ ਚਪੇੜ ਤੱਕ ਨਹੀਂ ਮਾਰਨ ਦਿੱਤੀ। ਮਾਂ ਦਾ ਕਹਿਣਾ ਸੀ ਕਿ ਜੇਕਰ ਉਹ ਬੱਚੇ ਨੂੰ ਝਿੜਕਦੀ ਜਾਂ ਮਾਰਦੀ ਵੀ ਸੀ ਤਾਂ ਵੀ ਪਿਤਾ ਅੱਗੇ ਆ ਕੇ ਬੱਚੇ ਨੂੰ ਬਚਾਉਂਦਾ ਸੀ ਅਤੇ ਹਮੇਸ਼ਾ ਹੀ ਨਾ ਸਿਰਫ ਆਪਣੇ ਪੁੱਤ ਨੂੰ ਸਗੋਂ ਧੀ ਨੂੰ ਵੀ ਹੱਦੋਂ ਵੱਧ ਪਿਆਰ ਕਰਦਾ ਸੀ। ਪਿਤਾ ਨੇ ਸਾਹਮਣੇ ਆ ਕੇ ਕਈ ਖੁਲਾਸੇ ਕੀਤੇ ਨੇ, ਜਿਸ ਦੇ ਵਿੱਚ ਉਹ ਰੱਬ ਦੇ ਕੋਲੋਂ ਮਾਫੀਆਂ ਮੰਗਦਾ ਵੀ ਨਜ਼ਰ ਆਇਆ।
ਉਸਨੇ ਕਿਹਾ ਕਿ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ। ਉਹ ਨਹੀਂ ਚਾਹੁੰਦਾ ਸੀ ਕਿ ਅਜਿਹਾ ਕਰੇ, ਪਰ ਉਸਦੇ ਹੱਥੋਂ ਹੀ ਇਹ ਵੱਡਾ ਪਾਪੀ ਕਾਰਾ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਉਸਨੇ ਰੱਬ ਦੇ ਸਾਹਮਣੇ ਤਰਲੇ ਮਿੰਨਤਾਂ ਕੀਤੀਆਂ ਨੇ ਕਿ ਉਸ ਨੂੰ ਬਖਸ਼ ਦਿੱਤਾ ਜਾਵੇ। ਇੱਥੋਂ ਤੱਕ ਵੀ ਉਸ ਦੇ ਵੱਲੋਂ ਕਿਹਾ ਗਿਆ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਜੋ ਮੈਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ। ਸੂਏ ਦੇ ਕੋਲ ਬੈਠ ਕੇ ਹੀ ਆਪਣੇ ਬੱਚੇ ਨੂੰ ਖਤਮ ਕੀਤਾ ਤੇ ਬਾਅਦ ਦੇ ਵਿੱਚ ਉੱਥੇ ਮ੍ਰਿਤਕ ਦੇ ਸੁੱਟ ਦਿੱਤੀ। ਦੱਸ ਦਈਏ ਕਿ ਪੁਲਿਸ ਨੇ ਇਸ ਪਿਓ ਦੀ ਨਿਸ਼ਾਨਦੇਹੀ ਤੇ ਹੀ ਬੱਚੇ ਦੀ ਮ੍ਰਿਤਕ ਦੇ ਬਰਾਮਦ ਕੀਤੀ ਹੈ। ਇਸ ਦੇ ਵਿਚਾਲੇ ਹੀ ਪਿਤਾ ਨੇ ਦੱਸਿਆ ਕਿ ਉਹ ਬੇਹੱਦ ਹੀ ਪਰੇਸ਼ਾਨੀ ਦੇ ਵਿੱਚ ਜੀ ਰਿਹਾ ਸੀ। ਦਰਅਸਲ ਇਹਨਾਂ ਦੇ ਕੋਲ ਕੁਝ ਜ਼ਮੀਨ ਸੀ ਅਤੇ 2 ਕਨਾਲ ਜ਼ਮੀਨ ਉਹ ਪਹਿਲਾਂ ਹੀ ਵੇਚ ਚੁੱਕਿਆ ਸੀ। ਪਿਤਾ ਦਾ ਕਹਿਣਾ ਹੈ ਕਿ ਹੁਣ ਸਿਰਫ 1 ਕਿੱਲਾ ਜ਼ਮੀਨ ਹੀ ਉਸ ਦੇ ਕੋਲ ਰਹਿ ਗਈ ਸੀ ਅਤੇ ਭਵਿੱਖ ਦੇ ਵਿੱਚ ਉਸ ਦਾ ਮਾਸੂਮ 3 ਸਾਲਾ ਗੁਰਸੇਵਕ ਕੀ ਕਰੇਗਾ। ਇਹੀ ਸੋਚ ਕੇ ਪਿਤਾ ਪਰੇਸ਼ਾਨ ਸੀ। ਪਿਓ ਨੇ ਕਿਹਾ ਕਿ ਮੈਨੂੰ ਬੇਹੱਦ ਚਿੰਤਾ ਹੁੰਦੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਮੈਂ ਦਿਹਾੜੀਆਂ ਕਰ ਰਿਹਾ, ਮੇਰਾ ਸੋਹਣਾ ਪੁੱਤ ਵੀ ਇਸੇ ਤਰ੍ਹਾਂ ਦੁਕਾਨਾਂ ਤੇ ਜਾ ਕੇ ਕੰਮ ਕਰੇਗਾ, ਦਿਹਾੜੀਆਂ ਕਰੇਗਾ। ਇਸੇ ਗੱਲ ਦੀ ਚਿੰਤਾ ਪਿਤਾ ਨੂੰ ਖਾਏ ਜਾ ਰਹੀ ਸੀ, ਜਿਸ ਦੇ ਚਲਦੇ ਹੋਏ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਹੀ ਉਸਨੇ ਅਜਿਹਾ ਕਾਰਾ ਕੀਤਾ ਕਿ ਉਹ ਵੱਡਾ ਹੋ ਕੇ ਕੀ ਕਰੇਗਾ। ਇਸੇ ਚਿੰਤਾ ਦੇ ਵਿੱਚ ਉਸਨੇ ਕਿਹਾ ਕਿ ਕਿਉਂ ਨਾ ਇਸ ਨੂੰ ਖਤਮ ਹੀ ਕਰ ਦਿੱਤਾ ਜਾਵੇ, ਤਾਂ ਜੋ ਇਸ ਨੂੰ ਉਹ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀਆਂ ਕਿ ਅੱਜ ਪਿਤਾ ਦੇਖ ਰਿਹਾ ਹੈ। ਰੋਂਦੇ ਹੋਏ ਪਿਓ ਨੇ ਜਿੱਥੇ ਆਪਣਾ ਇਹ ਗੁਨਾਹ ਕਬੂਲ ਕੀਤਾ, ਉੱਥੇ ਹੀ ਉਹ ਬਾਰ-ਬਾਰ ਅੱਖਾਂ ਦੇ ਵਿੱਚ ਹੰਝੂ ਲੈ ਕੇ ਹੱਥ ਜੋੜਦੇ ਹੋਏ ਇਹ ਕਹਿੰਦਾ ਨਜ਼ਰ ਆਇਆ ਕਿ ਮੈਂ ਬਹੁਤ ਪਿਆਰ ਕਰਦਾ ਆਪਣੇ ਪੁੱਤ ਨੂੰ, ਅੱਜ ਵੀ ਬਹੁਤ ਪਿਆਰ ਕਰਦਾ ਤੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਉਸ ਦਾ ਕਹਿਣਾ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਇਸ ਘਟਨਾ ਨੂੰ ਅੰਜਾਮ ਦੇ ਬੈਠਾ, ਇਹਦੇ ਨਾਲੋਂ ਤਾਂ ਮੈਂ ਖੁਦ ਹੀ ਅਜਿਹਾ ਕਰ ਲੈਂਦਾ। ਇਹ ਖਿਆਲ ਵੀ ਉਸ ਦੇ ਮਨ ਦੇ ਵਿੱਚ ਆਇਆ, ਪਰ ਉਸ ਦਾ ਕਹਿਣਾ ਹੈ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਜੋ ਮੈਂ ਆਪਣੇ ਸੋਹਣੇ ਪੁੱਤ ਦੇ ਨਾਲ ਅਜਿਹਾ ਕਰ ਬੈਠਾ। ਤਾਂ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਪਿਤਾ ਚਿੰਤਾ ਦੇ ਵਿੱਚ ਸੀ ਕਿ ਆਖਿਰਕਾਰ ਉਹ ਅੱਗੇ ਜਾ ਕੇ ਕਰੇਗਾ ਕਿ 1 ਕਿੱਲਾ ਜ਼ਮੀਨ ਦਾ ਰਹਿ ਗਿਆ ਸੀ ਅਤੇ ਖੁਦ ਦੀ ਜ਼ਿੰਦਗੀ ਤੋਂ ਪਰੇਸ਼ਾਨ ਕਿਹਾ ਜਾ ਸਕਦਾ ਹੈ, ਕਿਉਂ ਜੋ ਉਹ ਦਿਹਾੜੀਆਂ ਕਰਦਾ ਸੀ ਅਤੇ ਪੂਰੇ ਪਰਿਵਾਰ ਨੂੰ ਪਾਲ ਰਿਹਾ ਸੀ। ਉਸ ਨੂੰ ਆਪਣੇ ਪੁੱਤ ਦਾ ਭਵਿੱਖ ਵੀ ਇਹੋ ਦਿਖ ਰਿਹਾ ਸੀ, ਜਿਸ ਦੀ ਚਿੰਤਾ ਦੇ ਵਿੱਚ ਉਸਨੇ ਆਪਣੇ ਬੱਚੇ ਦੀਆਂ ਪਰੇਸ਼ਾਨੀਆਂ ਖਤਮ ਕਰਨ ਦੇ ਲਈ ਉਸਦਾ ਕਹਿਣਾ ਹੈ ਕਿ ਅਜਿਹਾ ਕਰ ਦਿੱਤਾ, ਜੋ ਕਿ ਸਰਾਸਰ ਗਲਤ ਹੈ, ਕਿਉਂ ਜੋ ਬੱਚਾ ਆਪਣੀ ਕਿਸਮਤ ਅਤੇ ਮਿਹਨਤ ਖੁਦ ਲਿਖਵਾ ਕੇ ਆਇਆ ਸੀ। ਅੱਗੇ ਚੱਲ ਕੇ ਉਹ ਕੁਝ ਵੀ ਕਰ ਸਕਦਾ ਸੀ। ਪਰਿਵਾਰ ਦੇ ਨਾਲ ਪਿਆਰ ਹੋਣ ਦੀ ਗੱਲ ਪਿਓ ਦੇ ਵੱਲੋਂ ਇੱਕ ਵਾਰ ਫੇਰ ਆਖੀ ਗਈ, ਜਿਵੇਂ ਕਿ ਬੀਤੇ ਦਿਨੀ ਮਾਂ ਦੇ ਵੱਲੋਂ ਵੀ ਦੱਸਿਆ ਗਿਆ ਸੀ ਕਿ ਸਾਡੇ ਪਰਿਵਾਰ ਦੇ ਵਿੱਚ ਬਹੁਤ ਪਿਆਰ ਹੈ। ਘਰ ਦੇ ਵਿੱਚ 4 ਜੀ ਨੇ ਅਤੇ ਚਾਰੋਂ ਜੀ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਰਹਿੰਦੇ ਨੇ। ਜਿਸ ਸਮੇਂ ਤੱਕ ਪਿਓ ਆਪਣੇ ਬੱਚੇ ਨੂੰ ਘਰੋਂ ਲੈ ਕੇ ਗਿਆ ਸੀ, ਉਸ ਸਮੇਂ ਤੱਕ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ ਅਤੇ ਨਾ ਹੀ ਪਿਓ ਦਾ ਇਹ ਮਨਸੂਬਾ ਸੀ ਕਿ ਉਹ ਇਹ ਸਭ ਕੁਝ ਕਰ ਦੇਵੇਗਾ। ਪਰ ਲਗਾਤਾਰ ਉਸ ਦੇ ਦਿਮਾਗ ਦੇ ਵਿੱਚ ਇੱਕੋ ਗੱਲ ਘੁੰਮ ਰਹੀ ਸੀ ਕਿ ਮੈਂ ਅੱਜ ਦਿਹਾੜੀਆਂ ਕਰ ਰਿਹਾ ਤੇ ਸਾਡੇ ਕੋਲ ਕੋਈ ਪੈਸਾ ਜੋਤਾ ਜ਼ਮੀਨ ਨਹੀਂ ਹੈ ਤੇ ਵੱਡਾ ਹੋ ਕੇ ਮੇਰਾ ਬੱਚਾ ਵੀ ਇਹੋ ਜਿਹੀ ਜ਼ਿੰਦਗੀ ਜੀਵੇਗਾ। ਇਸ ਤੋਂ ਹੀ ਪਰੇਸ਼ਾਨ ਹੋ ਕੇ ਉਸਨੇ ਆਪਣੇ ਬੱਚੇ ਦੀ ਜਾਨ ਲਈ ਹੈ। ਇਹ ਕਬੂਲਨਾਮਾ ਪਿਤਾ ਦੇ ਵੱਲੋਂ ਖੁਦ ਕੀਤਾ ਗਿਆ। ਦੱਸ ਦਈਏ ਕਿ ਬੀਤੇ ਦਿਨੀ ਵੀ ਮਾਂ ਨੇ ਹੀ ਕਿਹਾ ਸੀ ਕਿ ਪਿਓ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਪਿਆਰ ਦੇ ਵਿੱਚ ਇਹ ਸਭ ਕੁਝ ਹੋਇਆ, ਪਰ ਬੇਹੱਦ ਹੀ ਸ਼ਰਮਨਾਕ ਕਾਰਾ ਇਹ। ਜੇਕਰ ਪਿਓ ਖੁਦ ਨੂੰ ਸਮਝਾ ਸਕਦਾ ਜਾਂ ਫਿਰ ਇਹ ਗੱਲ ਕਿਸੇ ਦੇ ਨਾਲ ਸਾਂਝੀ ਕਰ ਲੈਂਦਾ ਤਾਂ ਪਰਿਵਾਰਿਕ ਮੈਂਬਰ ਉਸ ਨੂੰ ਇਸ ਦਾ ਹੱਲ ਜ਼ਰੂਰ ਦੇ ਦਿੰਦੇ। ਇਹੀ ਕਾਰਨ ਹੈ ਕਿ ਪਰਿਵਾਰਿਕ ਮੈਂਬਰਾਂ ਨੂੰ ਹੁਣ ਤੱਕ ਯਕੀਨ ਨਹੀਂ ਆ ਰਿਹਾ ਕਿ ਪਿਓ ਦੇ ਵੱਲੋਂ ਹੀ ਅਜਿਹਾ ਕੀਤਾ ਗਿਆ। ਹਾਲਾਂਕਿ ਇਸ ਮੌਕੇ ਤੇ ਇਸ ਮਾਸੂਮ ਬੱਚੇ ਦੇ ਤਾਏ ਦਾ ਕਹਿਣਾ ਸੀ ਕਿ ਪਿਓ ਬੇਹੱਦ ਹੀ ਜ਼ਿਆਦਾ ਪਿਆਰ ਕਰਦਾ ਸੀ। ਇਹ ਜ਼ਰੂਰ ਉਸਨੇ ਮੰਨ ਲਿਆ ਸੀ ਪਹਿਲੇ ਦਿਨ ਤੋਂ ਹੀ ਆਪਣੇ ਪਰਿਵਾਰ ਦੇ ਸਾਹਮਣੇ ਕਿ ਬੱਚੇ ਨੂੰ ਉਸਨੇ ਹੀ ਖਤਮ ਕੀਤਾ, ਪਰ ਕਿਉਂ ਕੀਤਾ ਇਸ ਗੱਲ ਨੂੰ ਲੈ ਕੇ ਉਹ ਚੰਗੀ ਤਰ੍ਹਾਂ ਦੇ ਨਾਲ ਬੋਲ ਤੱਕ ਨਹੀਂ ਪਾ ਰਿਹਾ ਸੀ। ਕਾਫੀ ਜ਼ਿਆਦਾ ਪਰੇਸ਼ਾਨ ਸੀ, ਰੋਂਦਾ ਕੁਰਲਾਉਂਦਾ ਹੋਇਆ ਬੱਚੇ ਦੀ ਮ੍ਰਿਤਕ ਦੇ ਜ਼ਰੂਰ ਦਿਖਾ ਰਿਹਾ ਸੀ ਅਤੇ ਦੱਸਦਾ ਸੀ ਕਿ ਮੈਂ ਹੀ ਬੱਚੇ ਨੂੰ ਖਤਮ ਕੀਤਾ। ਇਸ ਦੇ ਪਿੱਛੇ ਦਾ ਕਾਰਨ ਇਹੀ ਨਿਕਲਿਆ ਹੈ ਕਿ ਉਸ ਨੂੰ ਆਪਣੇ ਬੱਚੇ ਦੇ ਭਵਿੱਖ ਦੀ ਚਿੰਤਾ ਹੋ ਰਹੀ ਸੀ ਕਿ ਉਹ ਵੱਡਾ ਹੋ ਕੇ ਕੀ ਕਰੇਗਾ, ਜਿਸ ਦੇ ਚਲਦੇ ਹੋਏ ਇਸ ਮਾੜੀ ਹਰਕਤ ਨੂੰ ਅੰਜਾਮ ਦਿੱਤਾ ਗਿਆ।